ਸਾਡਾ ਅੱਜ ਦਾ ਟੌਪਿਕ ਜਿਹੜਾ ਹੈਗਾ ਉਹ ਹੈ ਵਿਦ ਐਡਜਸਟਮੈਂਟ। ਠੀਕ ਹੈ ਨਾ, ਅਸੀਂ ਹੁਣ ਤੱਕ ਜਿਹੜਾ ਵਿਦਆਊਟ ਐਡਜਸਟਮੈਂਟ ਕੀਤਾ ਸੀਗਾ ਆਪਣਾ ਟ੍ਰੇਡਿੰਗ ਅਕਾਊਂਟ, ਪ੍ਰੋਫਿਟ ਐਂਡ ਲਾਸ ਤੇ ਬੈਲੈਂਸ ਸ਼ੀਟ, ਫਾਈਨਲ ਅਕਾਊਂਟਸ। ਹੁਣ ਆਪਾਂ ਵਿਦ ਐਡਜਸਟਮੈਂਟ ਕਰਨਾ। ਐਡਜਸਟਮੈਂਟ ਕੀ ਹੁੰਦੀ ਹੈ? ਕੁਝ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਟ੍ਰਾਇਲ ਬੈਲੈਂਸ 'ਚ ਲਿਖਣੋਂ ਰਹਿ ਜਾਂਦੀਆਂ ਨੇ, ਮਤਲਬ ਟ੍ਰਾਇਲ ਬੈਲੈਂਸ ਦੇ ਵਿੱਚ ਫਿੱਟ ਨਹੀਂ ਹੁੰਦੀਆਂ ਤੇ ਬਾਅਦ 'ਚ ਸਾਨੂੰ ਪਤਾ ਚੱਲਦੀਆਂ ਨੇ। ਤਾਂ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਐਡਜਸਟਮੈਂਟ ਬੋਲਦੇ ਹਾਂ। ਠੀਕ ਹੈ ਨਾ, ਤਾਂ ਇੱਕ ਗੱਲ ਦਾ ਬਸ ਖਿਆਲ ਰੱਖਣਾ ਹੈ, ਜਦੋਂ ਅਸੀਂ ਇਹਨੇ ਐਡਜਸਟਮੈਂਟ ਵਾਲਾ ਕੰਮ ਕਰਨਾ ਤਾਂ ਸਿਰਫ ਅਸੀਂ ਇੱਕੋ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜੋ ਚੀਜ਼ ਟ੍ਰਾਇਲ ਬੈਲੈਂਸ ਦੇ ਅੰਦਰ ਦਿੱਤੀ ਹੋਊਗੀ ਉਹ ਇੱਕ ਜਗ੍ਹਾ ਪੈਣੀ ਹੈ ਤੇ ਜੋ ਐਡਜਸਟਮੈਂਟ 'ਚ ਦਿੱਤੀ ਹੋਈ ਆ ਉਹ ਘੱਟੋ ਘੱਟ ਦੋ ਜਗ੍ਹਾ ਪੈਣੀ ਹੈ। ਸਮਝ ਗਏ ਮੇਰੀ ਗੱਲ? ਇੱਕ ਵਾਰ ਦੁਬਾਰਾ ਰਿਪੀਟ ਕਰ ਦਿੰਦਾ ਮੈਂ ਕਿ ਜੋ ਚੀਜ਼ ਟ੍ਰਾਇਲ ਬੈਲੈਂਸ ਦੇ ਵਿੱਚ ਦਿੱਤੀ ਹੋਊਗੀ ਉਹ ਇੱਕ ਜਗ੍ਹਾ ਪਊਗੀ, ਜੋ ਚੀਜ਼ ਟ੍ਰਾਇਲ ਬੈਲੈਂਸ ਤੋਂ ਬਾਹਰ ਦਿੱਤੀ ਹੋਊਗੀ ਉਹ ਘੱਟੋ ਘੱਟ ਦੋ ਜਗ੍ਹਾ ਪਊਗੀ। ਤੇ ਇਹਦੀ ਸਭ ਤੋਂ ਵੱਡੀ ਉਦਾਹਰਨ ਤੇ ਤੁਹਾਡੀ ਪਹਿਲੀ ਐਡਜਸਟਮੈਂਟ ਜਿਹੜੀ ਹੈਗੀ ਹੈ ਉਹ ਤੁਸੀਂ ਆਲਰੇਡੀ ਪਾਉਂਦੇ ਆ ਰਹੇ ਹੋ। ਜਿਹੜੇ ਵਿਦਆਊਟ ਐਡਜਸਟਮੈਂਟ ਵੀ ਕੀਤਾ ਨਾ ਉਹ 'ਚ ਵੀ ਤੁਸੀਂ ਪਾਉਂਦੇ ਆ ਰਹੇ ਹੋ। ਉਹ ਕੀ ਸੀਗੀ? ਉਹ ਸੀ ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਬਾਹਰ ਸੀਗਾ ਨਾ, ਤੁਸੀਂ ਕਿੱਥੇ ਕਿੱਥੇ ਪਾਉਂਦੇ ਸੀ? ਤੁਸੀਂ ਪਾਉਂਦੇ ਸੀਗੇ ਕਲੋਜ਼ਿੰਗ ਸਟਾਕ, ਇੱਕ ਤਾਂ ਤੁਸੀਂ ਉਰੇ ਲਿਖਦੇ ਸੀਗੇ ਹਨਾ, ਬਾਈ ਕਲੋਜ਼ਿੰਗ ਸਟਾਕ, ਤੇ ਦੂਸਰੀ ਜਗ੍ਹਾ ਕਿੱਥੇ ਪੈਂਦਾ ਸੀਗਾ? ਐਸੈਟ ਸਾਈਡ। ਠੀਕ ਹੈ ਨਾ, ਸਮਝ ਗਏ ਨਾ? ਇਸ ਤਰ੍ਹਾਂ ਦੇ ਨਾਲ ਹੈ ਨਾ। ਤਾਂ ਇਹ ਤੁਹਾਡੀ ਪਹਿਲੀ ਐਡਜਸਟਮੈਂਟ ਹੈ। ਠੀਕ ਹੈ, ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਐਡਜਸਟਮੈਂਟ ਵੀ ਕਿੱਥੇ ਪੈਣੀ ਹੈ। ਤੁਸੀਂ ਹੋਰ ਕੁਝ ਨਹੀਂ, ਬਾਕੀ ਚੀਜ਼ਾਂ ਤਾਂ ਤੁਹਾਨੂੰ ਪਤਾ ਹੈ, ਸਿੰਪਲ ਉਹ ਤੋਂ ਪਤਾ ਲੱਗ ਗਿਆ ਕਿੱਥੇ ਪੈਣੀ ਹੈ, ਬਸ ਸਿਰਫ ਐਡਜਸਟ ਕਰ ਦੇਣਾ ਉਹਦੇ ਨਾਲ ਤੇ ਤੁਹਾਡਾ ਸਵਾਲ ਸਹੀ ਨਿਕਲ ਜਾਊਗਾ। ਠੀਕ ਹੈ, ਤੇ ਇੱਕ ਗੱਲ ਯਾਦ ਰੱਖਣੀ ਹੈ, ਇਹ ਪ੍ਰੈਕਟਿਸ ਦੇ ਨਾਲ ਹੀ ਆਉਣਗੀਆਂ। ਯਾਦ ਜਿੰਨਾ ਮਰਜ਼ੀ ਕਰ ਲਓ ਇਹਨਾਂ ਨੂੰ, ਜਦੋਂ ਕੱਢੋਗੇ ਸਵਾਲ ਤੇ ਸਵਾਲ ਫੇਰ ਆਉਣੀਆਂ ਨੇ। ਠੀਕ ਹੈ, ਤਾਂ ਹੁਣ ਸਾਡੀ ਦੂਜੀ ਐਡਜਸਟਮੈਂਟ ਕੀ ਹੈ? ਆਊਟਸਟੈਂਡਿੰਗ ਐਕਸਪੈਂਸਿਸ। ਇੱਕ ਗੱਲ ਦਾ ਹੋਰ ਧਿਆਨ ਰੱਖਣਾ, ਜਿਹੜਾ ਇਹ ਅਸੀਂ ਤਿਆਰ ਕਰਦੇ ਹਾਂ ਪ੍ਰੋਫਿਟ ਐਂਡ ਲਾਸ, ਟ੍ਰੇਡਿੰਗ ਅਕਾਊਂਟ ਤੇ ਬੈਲੈਂਸ ਸ਼ੀਟ, ਇਹ ਅਸੀਂ ਕਰੰਟ ਈਅਰ ਲਈ ਤਿਆਰ ਕਰਦੇ ਹੁੰਦੇ ਹਾਂ। ਇਹਦੇ 'ਚ ਜੋ ਚੀਜ਼ ਪੈਣੀ ਹੈ ਜੋ ਇਸ ਸਾਲ ਨਾਲ ਸੰਬੰਧਿਤ, ਕਰੰਟ ਈਅਰ ਨਾਲ ਸੰਬੰਧਿਤ ਕੋਈ ਚੀਜ਼ ਹੋਊਗੀ ਉਹ ਹੀ ਇਹਦੇ 'ਚ ਪਊਗੀ। ਹੋਰ ਇਹਦੇ 'ਚ ਕੋਈ ਚੀਜ਼ ਨਹੀਂ ਪੈਣੀ ਹੈਗੀ ਜਿਹੜੀ ਪਿਛਲੇ ਸਾਲ ਨਾਲ ਹੈ ਜਾਂ ਆਉਣ ਵਾਲੇ ਸਾਲ ਨਾਲ ਸੰਬੰਧਿਤ ਹੈ। ਠੀਕ ਹੈ ਨਾ। ਹੁਣ ਜੇ ਤੁਹਾਨੂੰ ਐਡਜਸਟਮੈਂਟ ਦਿੱਤੀ ਹੋਈ ਹੈ ਕਿ ਆਊਟਸਟੈਂਡਿੰਗ ਐਕਸਪੈਂਸਿਸ ਹੈ, ਕੋਈ ਵੀ ਐਕਸਪੈਂਸ, ਚਾਹੇ ਉਹ ਸੈਲਰੀ ਹੈ, ਚਾਹੇ ਉਹ ਵੇਜਸ ਹੈ, ਚਾਹੇ ਉਹ ਫਰੇਟ ਹੈ, ਕੋਈ ਵੀ ਚੀਜ਼ ਜੇ ਆਊਟਸਟੈਂਡਿੰਗ ਦਿੱਤੀ ਹੈ ਤਾਂ ਉਹ ਸੰਬੰਧਿਤ ਖਰਚੇ ਦੇ ਵਿੱਚ ਜੁੜੂਗੀ। ਜਿਵੇਂ ਮੰਨ ਲਓ ਵੇਜਸ ਤੁਹਾਨੂੰ ਦਿੱਤੀਆਂ ਹੋਈਆਂ ਸੀਗੀਆਂ ਪਹਿਲਾਂ, ਵਿੱਚੋਂ ਤੇ ਟ੍ਰਾਇਲ ਬੈਲੈਂਸ ਦੇ ਵੇਜਸ ਦਿੱਤੀਆਂ ਨੇ 5000। ਠੀਕ ਹੈ ਜੀ, ਉਹ ਤੋਂ ਬਾਅਦ ਚ ਐਡਜਸਟਮੈਂਟ ਚ ਤੁਹਾਨੂੰ ਕਹਤਾ ਵੀ 500 ਆਊਟਸਟੈਂਡਿੰਗ ਨੇ, ਤਾਂ ਤੁਸੀਂ ਨੇ ਵੇਜਸ ਦੇ ਵਿੱਚ ਐਡ ਕਰ ਦੇਣਾ ਆਊਟਸਟੈਂਡਿੰਗ। ਆਊਟਸਟੈਂਡਿੰਗ ਦਾ ਮਤਲਬ ਕੀ ਹੁੰਦਾ ਵੀ ਇਸ ਸਾਲ ਦੀਆਂ ਵੇਜਸ ਨੇ ਜਿਹੜੀਆਂ ਹੈਗੀਆਂ ਇਸੇ ਸਾਲ ਦੀਆਂ ਨੇ, ਪਰ ਹਾਲੇ ਤੱਕ ਅਸੀਂ ਨੇ ਐਡ ਨਹੀਂ ਕੀਤੀਆਂ, ਤਾਂ ਅਸੀਂ ਵਿੱਚ ਐਡ ਕਰ ਦਾਂਗੇ। ਹੁਣ ਦੂਜਾ, ਕਿਉਂਕਿ ਇਹ ਦੇਣੀਆਂ ਨੇ ਅਸੀਂ ਨੇ, ਮਤਲਬ ਬਣਦਾ ਹਲੇ ਅਸੀਂ ਦੇਣਾ, ਤਾਂ ਸਾਡੀ ਲਾਇਬਿਲਿਟੀ ਵੀ ਹੈ, ਤਾਂ ਅਸੀਂ ਇੱਧਰ ਲਾਇਬਿਲਿਟੀ ਦਾ ਟਾਈਪ ਵੀ ਲਿਖਾਂਗੇ ਵੇਜਸ ਆਊਟਸਟੈਂਡਿੰਗ। ਠੀਕ ਹੈ ਨਾ, ਪੂਰੇ ਵੀ ਲਿਖਾਂਗੇ। ਇੱਕ ਗੱਲ ਦਾ ਹੋਰ ਧਿਆਨ ਰੱਖਣਾ, ਦੇਖੋ ਜੇ ਵਿੱਚ ਦਿੱਤੀਆਂ ਹੋਣ ਹੀ, ਜੇ ਆਊਟਸਟੈਂਡਿੰਗ ਵੇਜਸ ਵਿੱਚ ਦਿੱਤੀਆਂ ਨੇ ਟ੍ਰਾਇਲ ਬੈਲੈਂਸ ਦੇ, ਫਿਰ ਸਿਰਫ ਪੂਰੀ ਪੈਣੀਆਂ ਨੇ, ਪਰ ਜੇ ਬਾਹਰ ਦਿੱਤੀਆਂ ਹੋਈਆਂ ਨੇ ਫਿਰ ਦੋ ਜਗ੍ਹਾ ਪੈਣਗੀਆਂ, ਉਰੇ ਤਾਂ ਪੈਣੀਆਂ ਹੀ ਪੈਣੀਆਂ ਨੇ। ਨਾਲ ਦੀ ਨਾਲ ਉਹ ਸੰਬੰਧਿਤ ਖਰਚੇ ਚ ਵੇਜਸ ਆਊਟਸਟੈਂਡਿੰਗ ਨੇ ਵੇਜਸ ਚ ਜੁੜ ਜਾਣਗੀਆਂ। ਠੀਕ ਹੈ, ਸੈਲਰੀਜ਼ ਆਊਟਸਟੈਂਡਿੰਗ ਨੇ ਸੈਲਰੀਜ਼ ਚ ਜੁੜ ਜਾਣਗੀਆਂ, ਤੇ ਜੇ ਆਪਣਾ ਫਰੇਟ ਆਊਟਸਟੈਂਡਿੰਗ ਹੈ ਤਾਂ ਫਰੇਟ ਦੇ ਵਿੱਚ ਜੁੜ ਜਾਊਗਾ, ਆਊਟਸਟੈਂਡਿੰਗ ਚੀਜ਼ ਵਿੱਚ ਜੁੜੂਗੀ, ਨਾਲ ਲਾਇਬਿਲਿਟੀ ਵਾਲੀ ਜਗ੍ਹਾ ਪਊਗੀ। ਕਲੀਅਰ? ਦੂਜੇ ਨੰਬਰ ਤੇ ਅੱਗੇ ਆ ਗਿਆ ਜੀ ਪ੍ਰੀਪੇਡ ਐਕਸਪੈਂਸ। ਹੁਣ ਐਕਸਪੈਂਸ ਜਾਂ ਤਾਂ ਆਊਟਸਟੈਂਡਿੰਗ ਹੋਊਗਾ ਜਾਂ ਫਿਰ ਪ੍ਰੀਪੇਡ ਹੋਊਗਾ। ਠੀਕ ਹੈ, ਦੋਨੇ ਚੀਜ਼ਾਂ ਹੋਣਗੀਆਂ। ਜੇ ਐਕਸਪੈਂਸ ਪ੍ਰੀਪੇਡ ਹੈ ਤਾਂ ਪ੍ਰੀਪੇਡ ਦਾ ਮਤਲਬ ਕੀ ਹੈ? ਅਗਲੇ ਸਾਲ ਦਾ ਅਸੀਂ ਹੁਣੇ ਹੀ ਦਿੱਤਾ, ਇਹਦਾ ਮਤਲਬ ਇਸ ਸਾਲ ਨਾਲ ਸੰਬੰਧਿਤ ਨਹੀਂ। ਹੁਣ ਮੰਨ ਲਓ ਸੈਲਰੀਜ਼ ਸੀਗੀਆਂ, ਸੈਲਰੀਜ਼ ਸਾਡੇ ਕੋਲ ਹੈਗੀਆਂ ਸੀਗੀਆਂ 10000 ਜਿਹੜੀਆਂ ਵਿੱਚ ਦਿੱਤੀਆਂ ਨੇ ਟ੍ਰਾਇਲ ਬੈਲੈਂਸ ਦੇ, ਥੱਲੇ ਦਿੱਤਾ ਵੀ ਜਿਹੜੀਆਂ ਸੈਲਰੀਜ਼ ਨੇ ਉਹਨਾਂ ਦੇ ਵਿੱਚ ਪ੍ਰੀਪੇਡ ਆ, ਮਤਲਬ ਨੈਕਸਟ ਈਅਰ ਦੇ ਲਈ 3000 ਦੀਆਂ ਪੇ ਕੀਤੀਆਂ ਹੋਈਆਂ ਨੇ ਅਸੀਂ, ਤਾਂ ਇਹਦੇ ਵਿੱਚੋਂ ਨੈਕਸਟ ਈਅਰ ਦਾ ਤਾਂ ਅਸੀਂ ਰੱਖਣਾ ਹੀ ਨਹੀਂ, ਇਸ ਸਾਲ ਦਾ ਰੱਖਣਾ, ਇਹਦੇ ਵਿੱਚੋਂ ਲੈਸ ਕਰ ਦਾਂਗੇ। ਇਹਦਾ ਮਤਲਬ ਆਊਟਸਟੈਂਡਿੰਗ ਐਡ ਹੋਊਗਾ, ਪ੍ਰੀਪੇਡ ਲੈਸ ਹੋਊਗਾ। ਠੀਕ ਹੈ ਨਾ, ਉਰੋਂ ਲੈਸ ਕਰਕੇ 3000, ਫਿਰ ਮੈਂ ਉਰੇ 7000 ਲਿਖੂੰਗਾ। ਪਹਿਲੀ ਗੱਲ। ਦੂਜੀ ਗੱਲ, ਹੁਣ ਮੈਂ ਭਵਿੱਖ ਦੇ ਵਿੱਚ ਮੈਨੂੰ ਇਹ ਫਾਇਦਾ ਦਊ ਕਿਉਂਕਿ ਮੈਨੂੰ ਦੇਣੇ ਨਹੀਂ ਪੈਣੇ ਪੈਸੇ, ਹਨਾ, ਤਾਂ ਇਹ ਮੇਰੀ ਆਪਣਾ ਕੀ ਹੈ? ਐਸਟ ਵੀ ਹੈ, ਪ੍ਰੀਪੇਡ ਸੈਲਰੀ, ਇਹ ਮੇਰੀ ਐਸਟ ਵੀ ਹੈ। ਠੀਕ ਹੈ ਜੀ, ਹੁਣ ਇਹ ਤਾਂ ਹੋ ਗਿਆ ਐਕਸਪੈਂਸ। ਹੁਣ ਅੱਗੇ ਆਉਂਦਾ ਤੁਹਾਡਾ ਜਿਹੜਾ ਅਕਰੂਡ ਜਾਂ ਆਊਟਸਟੈਂਡਿੰਗ ਇਨਕਮ। ਮੰਨ ਲਓ ਕਮਿਸ਼ਨ ਹੈ, ਠੀਕ ਹੈ ਨਾ, ਕਮਿਸ਼ਨ ਹੈ, ਮੰਨ ਲਓ ਕਮਿਸ਼ਨ ਹੈਗਾ ਤੁਹਾਡਾ 7000,
ਹੁਣ ਜਿਹੜਾ ਕਮਿਸ਼ਨ ਹੈ ਤੁਹਾਨੂੰ ਦਿੱਤਾ ਹੋਇਆ, ਠੀਕ ਹੈ ਨਾ, ਹੁਣ ਜਿਸ ਤਰ੍ਹਾਂ ਨਾਲ ਅਸੀਂ ਖਰਚੇ ਦਾ ਕੀਤਾ ਉਵੇਂ ਇਹਦਾ ਕਰਾਂਗੇ। ਆਊਟਸਟੈਂਡਿੰਗ ਦਾ ਮਤਲਬ ਬਣਦਾ ਸਾਨੂੰ ਨਹੀਂ ਮਿਲਿਆ, ਇਹਦਾ ਮਤਲਬ ਸਾਨੂੰ ਮਿਲੂਗਾ। ਅਸੀਂ ਕੀ ਕਰ ਦਾਂਗੇ, ਇਹਦੇ ਚ ਕਮਿਸ਼ਨ ਐਡ ਕਰ ਦਾਂਗੇ, ਐਡ ਅਕਰੂਡ ਕਮਿਸ਼ਨ ਜਾਂ ਅਕਰੂਡ ਇੰਟਰਸਟ ਵੀ ਹੋ ਸਕਦਾ ਇਹ, ਠੀਕ ਹੈ ਨਾ, ਅਕਰੂਡ ਇੰਟਰਸਟ ਵੀ ਹੋ ਸਕਦਾ ਹੈ, ਅਕਰੂਡ ਰੈਂਟ ਵੀ ਹੋ ਸਕਦਾ ਹੈ। ਜਿਹੜੀ ਵੀ ਚੀਜ਼, ਜਿਹੜੀ ਵੀ ਇਨਕਮ ਹਾਲੇ ਤੱਕ ਨਹੀਂ ਮਿਲੀ ਬਣਦੀ ਹੈ, ਉਹ ਅਸੀਂ ਉਹਦੇ ਚ ਜੋੜ ਦਾਂਗੇ। ਮੰਨ ਲਓ 2000 ਆਵੇ, 2000 ਪਾ ਕੇ ਉਹਦੇ 9000, ਠੀਕ ਹੈ। ਹੁਣ ਦੂਜਾ ਕਿੱਥੇ ਪੈਣਾ, ਇਹ ਸਾਡੀ ਐਸੈਟ ਹੈ, ਕਿਉਂਕਿ ਸਾਡਾ ਬਣਦੇ ਆ ਪੈਸੇ, ਸਾਨੂੰ ਮਿਲਣਗੇ, ਸਾਨੂੰ ਭਵਿੱਖ 'ਚ ਫਾਇਦਾ ਮਿਲੂਗਾ। ਤਾਂ ਇਸ ਲਈ ਅਸੀਂ ਉਹਦੇ ਐਸੈਟ ਸਾਈਡ ਵੀ ਇਹਨੂੰ ਲਿਖਾਂਗੇ ਅਕਰੂਡ ਕਮਿਸ਼ਨ, ਠੀਕ ਹੈ ਜੀ। ਇਹ 2000 ਰੁਪਇਆ, ਸਮਝ ਗਏ ਨਾ। ਤਾਂ ਅਸੀਂ ਉਰੇ ਵੀ ਲਿਖਾਂਗੇ। ਅੱਗੇ ਹੁਣ ਹੋਰ ਕੀ ਹੁੰਦੀ ਹੈ ਇਨਕਮ, ਜਿਵੇਂ ਦੇਖੋ ਆਊਟਸਟੈਂਡਿੰਗ ਖਰਚਾ ਹੁੰਦਾ ਉਵੇਂ ਅਕਰੂਡ ਇਨਕਮ ਹੁੰਦੀ ਹੈ, ਤੇ ਜਿਵੇਂ ਪ੍ਰੀਪੇਡ ਖਰਚਾ ਹੁੰਦਾ ਉਵੇਂ ਹੀ ਇਨਕਮ ਰਿਸੀਵਡ ਇਨ ਐਡਵਾਂਸ ਹੁੰਦੀ ਹੈ। ਅਸੀਂ ਐਡਵਾਂਸ 'ਚ ਲੈ ਲਏ। ਹੁਣ ਇਹੀ ਜੇ ਕਮਿਸ਼ਨ ਜਾਂ ਰੈਂਟ, ਮੰਨ ਲਓ ਰੈਂਟ ਸੀਗਾ 10000, ਜਿਹਦੇ ਵਿੱਚੋਂ 3000 ਰੈਂਟ ਐਡਵਾਂਸ 'ਚ ਲਿਆ ਸੀ, ਇਹਦਾ ਮਤਲਬ ਅਗਲੇ ਸਾਲ ਦਾ, ਇਸ ਸਾਲ ਨਾਲ ਸੰਬੰਧਿਤ ਨਹੀਂ। ਅਸੀਂ 3000 ਰੁਪਇਆ ਇਹਦੇ ਵਿੱਚੋਂ ਲੈਸ ਕਰਾਂਗੇ, ਲੈਸ ਐਡਵਾਂਸ 3000 ਰੁਪਇਆ ਅਸੀਂ ਇਹਦੇ ਵਿੱਚੋਂ ਐਡਵਾਂਸ ਕਰਕੇ ਉਹਦੇ 7000 ਲਿਖਾਂਗੇ, ਸਮਝ ਗਏ। ਤੇ ਇਹ 3000 ਰੁਪਇਆ ਸਾਡੀ ਲਾਇਬਿਲਿਟੀ ਵੀ ਹੈ। ਲਾਇਬਿਲਿਟੀ ਕਿਉਂ ਹੈ, ਅਸੀਂ ਹਲੇ ਕੰਮ ਕਰਨਾ ਹੈ, ਪੈਸਾ ਲੈ ਲਿਆ, ਹੁਣ ਮੈਂ ਤੋਂ ਫੀਸ ਲੈ ਲਈ, ਉਹਦੇ ਬਦਲੇ ਮੈਂ ਹਲੇ ਤੁਹਾਨੂੰ ਪੜਾਉਣਾ ਹੈ, ਤਾਂ ਉਹ ਮੇਰੀ ਕੀ ਹੈ, ਲਾਇਬਿਲਿਟੀ ਹੈ। ਤਾਂ ਇਹਦਾ ਮਤਲਬ ਐਡਵਾਂਸ ਰੈਂਟ ਕੀ ਹੈ ਸਾਡਾ, ਲਾਇਬਿਲਿਟੀ ਵੀ ਹੈ। ਤਾਂ ਅਸੀਂ 3000 ਰੁਪਇਆ ਉਰੇ ਵੀ ਪਾਵਾਂਗੇ। ਸਮਝ ਲੱਗੀ, ਸਿੰਪਲ ਗੱਲ ਹੈ, ਠੀਕ ਹੈ। ਉਸ ਤੋਂ ਬਾਅਦ ਚ ਤੁਹਾਡੀ ਆਂਦੀ ਹੈ ਜੀ ਆਪਣਾ ਡੈਪਰੀਸੀਏਸ਼ਨ। ਹੁਣ ਡੈਪਰੀਸੀਏਸ਼ਨ ਜਿਹੜੀ ਹੈਗੀ ਹੈ, ਠੀਕ ਹੈ ਨਾ, ਡੈਪਰੀਸੀਏਸ਼ਨ ਤੁਹਾਡੀ ਮਸ਼ੀਨਰੀ, ਪਲਾਂਟ, ਮਤਲਬ ਫਿਕਸਡ ਐਸੈਟ ਕਿਸੇ ਤੇ ਵੀ ਹੋ ਸਕਦੀ ਹੈ, ਬਿਲਡਿੰਗ ਤੇ ਵੀ ਹੋ ਸਕਦੀ ਹੈ, ਠੀਕ ਹੈ ਨਾ, ਕਿਸੇ ਵੀ ਚੀਜ਼ ਤੇ ਹੋ ਸਕਦੀ ਹੈ ਡੈਪਰੀਸੀਏਸ਼ਨ। ਤਾਂ ਡੈਪਰੀਸੀਏਸ਼ਨ ਦਾ ਟ੍ਰੀਟਮੈਂਟ ਕੀ ਹੈ, ਇੱਕ ਤਾਂ ਦੇਖੋ ਇਹ ਖਰਚਾ ਹੈ, ਤਾਂ ਡੈਪਰੀਸੀਏਸ਼ਨ ਉਰੇ 2 ਡੈਪਰੀਸੀਏਸ਼ਨ ਪੈਣੀ ਹੋ ਹੈ, ਠੀਕ ਹੈ ਨਾ, 2 ਡੈਪਰੀਸੀਏਸ਼ਨ ਉਰੇ ਤਾਂ ਪੈਣੀ ਹੈ। ਮੰਨ ਲਓ 5000 ਹੈ, ਠੀਕ ਹੈ। ਪਰ ਹੁਣ ਮੰਨ ਲਓ ਡੈਪਰੀਸੀਏਸ਼ਨ ਕੀਤੇ ਆ ਮਸ਼ੀਨਰੀ ਤੇ, ਉਰੇ ਡੈਪਰੀਸੀਏਸ਼ਨ ਔਨ ਮਸ਼ੀਨਰੀ ਲਿਖ ਕੇ 5000 ਉਰੇ ਲਿਖ ਦੇਣਾ। ਪਰ ਦੂਸਰੀ ਜਗ੍ਹਾ ਕਿੱਥੇ ਪੈਣੀ ਹੈ, ਉਰੇ ਦੇਖੋ ਮਸ਼ੀਨਰੀ, ਤੁਸੀਂ ਹਮੇਸ਼ਾ, ਤੁਹਾਨੂੰ ਪਤਾ ਹੀ ਹੈ ਪਿਛਲੇ ਵਿਦਆਊਟ ਐਡਜਸਟਮੈਂਟ ਤੇ ਤੁਸੀਂ ਲਿਖਿਆ ਸੀ ਵੀ ਮਸ਼ੀਨਰੀ ਨੂੰ ਹਮੇਸ਼ਾ ਤੁਸੀਂ ਐਸੈਟ ਸਾਈਡ ਲਿਖ ਦਿਓ, ਕਿਉਂਕਿ ਸਾਡੀ ਐਸੈਟ ਹੈ, ਠੀਕ ਹੈ। ਤਾਂ ਹੁਣ ਉਰੇ ਤੁਸੀਂ ਪੱਕੇ ਦੇ ਵਿੱਚ ਨਹੀਂ ਲਿਖੋਗੇ, ਫੇਅਰ ਕਾਲਮ ਦੇ ਵਿੱਚ ਨਹੀਂ ਲਿਖੋਗੇ, ਤੁਸੀਂ ਰਫ ਕਾਲਮ 'ਚ ਲਿਖੋਗੇ, ਜਿਹੜਾ ਇਨਰ ਸਾਈਡ ਹੈ, ਠੀਕ ਹੈ ਨਾ, ਉੱਥੇ ਲਿਖੋਗੇ ਮਸ਼ੀਨਰੀ 50000 ਦੀ, ਉਹਦੇ ਵਿੱਚੋਂ ਡਿਡਕਟ ਕਰੋਗੇ ਲੈਸ ਡੈਪਰੀਸੀਏਸ਼ਨ। ਇਹਦੇ ਤੇ ਮਸ਼ੀਨਰੀ ਤੇ ਜੋ ਡੈਪਰੀਸੀਏਸ਼ਨ ਲੱਗੂ ਮਸ਼ੀਨਰੀ ਚੋਂ ਮਾਈਨਸ ਹੋਊਗੀ, ਫਰਨੀਚਰ ਤੇ ਲੱਗੂ ਫਰਨੀਚਰ ਚੋਂ ਮਾਈਨਸ ਹੋਊਗੀ, ਜਿਹੜੀ ਵੀ ਐਸੈਟ ਦੇ ਉੱਤੇ ਡੈਪਰੀਸੀਏਸ਼ਨ ਲੱਗਦੀ ਆ ਉਹਦੇ ਚੋਂ ਮਾਈਨਸ ਹੋਊਗੀ। ਤਾਂ ਉਰੋਂ 5000 ਤੁਸੀਂ ਮਾਈਨਸ ਕਰਕੇ ਪੂਰੇ 45000 ਹੀ ਲਿਖੋਗੇ। ਸਮਝ ਲੱਗੀ ਮੇਰੀ ਗੱਲ, ਠੀਕ ਹੈ। ਹੁਣ ਇੱਕ ਗੱਲ ਦਾ ਸੁਪਰ ਖਿਆਲ ਰੱਖਣਾ ਹੈ ਕਿ ਡੈਪਰੀਸੀਏਸ਼ਨ ਇੱਕ ਦਾ ਖਰਚਾ ਹੈਗਾ ਹੀ ਹੈ, ਉਰੇ ਪੈਣੀ ਹੈ। ਹੁਣ ਜੇ ਤਾਂ ਵਿੱਚ ਦਿੱਤੀ ਹੁੰਦੀ ਤਾਂ ਉਰੇ ਪਾਉਣੇ ਆਪਾਂ, ਠੀਕ ਹੈ। ਜੇ ਬਾਹਰ ਦਿੱਤੀ ਹੋਈ ਹੈ ਤਾਂ ਮਸ਼ੀਨਰੀ ਵਿੱਚੋਂ ਵੀ ਹਲੇ ਲੈਸ ਹੋਣੀ ਬਾਕੀ ਹੈ, ਉਹ ਲੈਸ ਕਰਕੇ ਹੀ ਲਿਖਾਂਗੇ ਆਪਾਂ। ਡੈਪਰੀਸੀਏਸ਼ਨ ਨਾਲ ਕੀਤਾ ਸੀ ਨਾ ਆਪਾਂ ਲੈਸ, ਉਹ ਚ ਆਪਾਂ ਡਿਡਕਟ ਕਰਦੇ ਸੀ, ਉਹੀ ਆਪਣਾ ਪ੍ਰੋਫਿਟ ਐਂਡ ਲਾਸ 'ਚ ਜਾਂਦੀ ਸੀ ਡੈਪਰੀਸੀਏਸ਼ਨ। ਹੁਣ ਜੇ ਤਾਂ ਟ੍ਰਾਇਲ ਬੈਲੈਂਸ ਦੇ ਵਿੱਚ ਇਹਦਾ ਮਤਲਬ ਆਲਰੇਡੀ ਲੱਗ ਚੁੱਕੀ ਹੈ, ਮਸ਼ੀਨਰੀ ਚੋਂ ਤਾਂ ਘਟ ਚੁੱਕੀ ਹੈ, ਠੀਕ ਹੈ ਨਾ, ਫਿਰ ਤਾਂ ਆਪਾਂ ਉਰੇ ਪਾਉਣੇ ਆ ਗੱਲਾਂ। ਪਰ ਜੇ ਬਾਹਰ ਦਿੱਤੀ ਹੋਈ ਹੈ ਇਹਦਾ ਮਤਲਬ ਮਸ਼ੀਨਰੀ ਚੋਂ ਵੀ ਨਹੀਂ ਘਟਾਈ, ਫਿਰ ਅਸੀਂ ਇਹ ਚੋਂ ਵੀ ਘਟਾਵਾਂਗੇ ਤੇ ਉਰੇ ਵੀ ਲਾਵਾਂਗੇ। ਸਮਝ ਲੱਗੀ ਮੇਰੀ ਗੱਲ।